ਹੈਲੋ ਫਰੈਂਡਸ, ਉਮੀਦ ਹੈ ਕਿ ਤੁਸੀਂ ਸਭ ਬਹੁਤ ਵਧੀਆ ਹੋਵੋਗੇ। ਅਤੇ ਕੰਪੀਟੀਟਿਵ ਐਗਜ਼ਾਮਸ ਦੀ ਜੋ ਤਿਆਰੀ ਚੱਲ ਰਹੀ ਹੈ ਉਹਦੇ ਤਹਿਤ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਕੋਈ ਵੀ ਕੰਪੀਟੀਟਿਵ ਐਗਜ਼ਾਮ ਹੁੰਦਾ ਹੈ ਅਤੇ ਉਹਦੇ ਵਿੱਚ ਹਿਸਟਰੀ ਨਾਲ ਰਿਲੇਟਡ ਕੁਐਸਚਨ ਲਗਭਗ ਆਉਂਦੇ ਹੀ ਹੈ। ਹਰ ਇੱਕ ਐਗਜ਼ਾਮ ਦੇ ਵਿੱਚ PTET ਹੈ, CTET, ਮਾਸਟਰ ਕੇਡਰ ਹੈ, ਪਟਵਾਰੀ ਹੈ ਜਾਂ ਕੋਈ ਹੋਰ ਕਿਸੇ ਡਿਪਾਰਟਮੈਂਟ ਦੇ ਵਿੱਚ ਐਗਜ਼ਾਮ ਹੈ ਅਤੇ ਹਿਸਟਰੀ ਨਾਲ ਕੁਐਸਚਨ ਉਹਦੇ ਵਿੱਚ ਆਉਣੇ ਹੀ ਆਉਣੇ ਹੁੰਦੇ ਆ। ਇਸ ਕਰਕੇ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਅਸੀਂ ਹਿਸਟਰੀ ਦਾ ਮੈਡੀਵੀਅਲ ਪਾਰਟ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਮੱਧਕਾਲੀਨ ਭਾਰਤ ਦਾ ਇਤਿਹਾਸ ਜਿਹਦੇ ਵਿੱਚ ਕਰਾਂਗੇ, ਉਸੇ ਦੇ ਤਹਿਤ ਹੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਫਸਟ ਚੈਪਟਰ ਹੈ ਜੋ ਭਾਰਤ ਉੱਪਰ ਤੁਰਕਾਂ ਦੇ ਹਮਲੇ, ਜਿਹਦੇ ਅੰਡਰ ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਦੇ ਬਾਰੇ ਦੇ ਵਿੱਚ ਅਸੀਂ ਪੜ੍ਹਾਂਗੇ। ਅੱਜ ਦੀ ਜੋ ਇਹ ਵੀਡੀਓ ਹੈ ਫਸਟ ਪਾਰਟ, ਇਸ ਲੈਸਨ ਦੇ 3 ਪਾਰਟ ਹੋਣਗੇ। ਫਸਟ ਪਾਰਟ ਦੇ ਵਿੱਚ ਅਸੀਂ ਕਵਰ ਕਰਾਂਗੇ ਮਹਿਮੂਦ ਗਜ਼ਨਵੀ ਦੇ ਜੀਵਨ ਬਾਰੇ, ਅਤੇ ਜਦੋਂ ਮਹਿਮੂਦ ਗਜ਼ਨਵੀ ਨੇ ਭਾਰਤ ਦੇ ਉੱਪਰ ਹਮਲੇ ਕੀਤੇ ਸੀ ਤਾਂ ਉਦੋਂ ਸਾਊਥ ਦੇ ਵਿੱਚ ਅਤੇ ਨਾਰਥ ਦੇ ਵਿੱਚ ਕਿਹੜੇ ਰਾਜੇ ਰਾਜ ਕਰਦੇ ਸੀ। ਸੈਕਿੰਡ ਪਾਰਟ ਜੋ ਹੋਏਗਾ ਉਹ ਮਹਿਮੂਦ ਗਜ਼ਨਵੀ ਦੇ ਹਮਲੇ। ਥਰਡ ਪਾਰਟ ਦੇ ਵਿੱਚ ਅਸੀਂ ਕਵਰ ਕਰਾਂਗੇ ਮਹਿਮੂਦ ਗਜ਼ਨਵੀ ਦੇ ਦਰਬਾਰ ਦੇ ਵਿੱਚ ਕਿਹੜੇ ਕਿਹੜੇ ਸਾਹਿਤਕਾਰ ਸੀ, ਜਿੱਦਾਂ ਫਿਰਦੌਸੀ, ਅਲਬਰੂਨੀ ਅਤੇ ਉਤਬੀ। ਇਹਨਾਂ ਦੇ ਬਾਰੇ ਕੁਐਸਚਨ ਅਕਸਰ ਹੀ ਬਹੁਤ ਜ਼ਿਆਦਾ ਐਗਜ਼ਾਮ ਦੇ ਵਿੱਚ ਆਉਂਦੇ ਆ। ਇਹਨਾਂ ਦੀਆਂ ਬੁੱਕਸ ਦੇ ਨਾਮ ਜਾਂ ਕਿਹੜੇ ਰਾਜੇ ਦੇ ਸਮੇਂ ਸੀ ਇਹ, ਕਿਹੜੇ ਰਾਜੇ ਦੇ ਦਰਬਾਰ ਦੇ ਵਿੱਚ ਸੀ, ਉਹ ਅਸੀਂ ਤੀਜੀ ਵੀਡੀਓ ਦੇ ਵਿੱਚ ਕਵਰ ਕਰਾਂਗੇ। ਇਸ ਤਰ੍ਹਾਂ ਅਸੀਂ ਸੀਰੀਜ਼ ਵਾਈਜ਼ ਚੱਲਾਂਗੇ। ਮੱਧਕਾਲੀਨ ਭਾਰਤ ਦਾ ਇਤਿਹਾਸ ਤਾਂ ਅਸੀਂ ਸ਼ੁਰੂ ਕਰਦੇ ਹਾਂ। ਅੱਜ ਦਾ ਜੋ ਟੌਪਿਕ ਹੈ ਉਹ ਹੈ ਮਹਿਮੂਦ ਗਜ਼ਨਵੀ। ਇੰਡੀਆ ਦੇ ਵਿੱਚ ਤੁਰਕ ਰਾਜ ਸਥਾਪਿਤ ਕਰਨ ਦਾ ਸਿਹਰਾ ਜਿਹੜਾ ਉਹ ਮੁਸਲਿਮ ਰਾਜ ਸਥਾਪਿਤ ਕਰਨ ਦਾ ਸਿਹਰਾ ਜਿਹੜਾ ਉਹ ਤੁਰਕਾਂ ਨੂੰ ਪ੍ਰਾਪਤ ਹੈ, ਅਰਬਾਂ ਨੂੰ ਨਹੀਂ, ਤੁਰਕਾਂ ਨੂੰ। 9ਵੀਂ ਅਤੇ 10ਵੀਂ ਸਦੀ ਦੇ ਵਿੱਚ ਮੱਧ ਏਸ਼ੀਆ ਦੇ ਵਿੱਚ ਜਿਹੜੇ ਤੁਰਕ ਸੀ ਉਹ ਕਾਫੀ ਜ਼ਿਆਦਾ ਪ੍ਰਭਾਵਸ਼ਾਲੀ ਹੋ ਗਏ ਸੀ, ਤਾਕਤਵਰ ਹੋ ਗਏ ਸੀ। ਉਹਨਾਂ ਨੇ ਗਜ਼ਨੀ ਦੇ ਵਿੱਚ ਕੀ ਕੀਤਾ ਸੀ, ਆਪਣਾ ਸਾਮਰਾਜ ਸਥਾਪਿਤ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਭਾਰਤ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ। ਇਹ ਜਿਹੜੇ ਅਰਬ ਲੋਕ ਸੀਗੇ ਉਹਨਾਂ ਤੋਂ ਜ਼ਿਆਦਾ ਤਾਕਤਵਰ ਸੀਗੇ ਅਤੇ ਇਹਨਾਂ ਦਾ ਜਿਹੜਾ ਪਹਿਲਾ ਅਤੇ ਪ੍ਰਸਿੱਧ ਸ਼ਾਸਕ ਸੀ ਉਹ ਸੀ ਮਹਿਮੂਦ ਗਜ਼ਨਵੀ। ਉਹਨੇ 11ਵੀਂ ਸਦੀ ਦੇ ਆਰੰਭ ਦੇ ਵਿੱਚ ਭਾਰਤ ਦੇ ਉੱਪਰ 17 ਹਮਲੇ ਕੀਤੇ ਸੀ। ਉਹਦੇ ਇਹਨਾਂ ਹਮਲਿਆਂ ਦਾ ਉਦੇਸ਼ ਕੀ ਸੀਗਾ, ਸਿਰਫ ਲੁੱਟਮਾਰ ਕਰਨਾ ਅਤੇ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਕਰਨਾ, ਨਾ ਕਿ ਰਾਜ ਸਥਾਪਿਤ ਕਰਨਾ। ਕਈ ਵਾਰ ਕੁਐਸਚਨ ਆਮ ਹੀ ਆਇਆ ਹੁੰਦਾ ਕਿ ਮਹਿਮੂਦ ਗਜ਼ਨਵੀ ਦੇ ਹਮਲਿਆਂ ਦਾ ਉਦੇਸ਼ ਕੀ ਸੀ, ਲੁੱਟਮਾਰ ਕਰਨਾ ਅਤੇ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਪ੍ਰਸਾਰ ਕਰਨਾ। ਤਾਂ ਅਸੀਂ ਹੁਣ ਸ਼ੁਰੂ ਕਰਦੇ ਹਾਂ ਮਹਿਮੂਦ ਗਜ਼ਨਵੀ ਦੇ ਜੀਵਨ ਬਾਰੇ। ਮਹਿਮੂਦ ਗਜ਼ਨਵੀ ਦਾ ਜਨਮ 971 ਈਸਵੀ ਦੇ ਵਿੱਚ ਹੋਇਆ ਸੀ। ਉਹਦਾ ਪੂਰਾ ਨਾਮ ਸੀ ਅਬੁਲ ਕਾਸਿਮ ਮਹਿਮੂਦ। ਉਹਦਾ ਪਿਤਾ ਸੀ ਸਬੁਕਤਦੀਨ, ਉਹ ਗਜ਼ਨੀ ਦਾ ਹਾਕਮ ਸੀ ਪਹਿਲਾਂ, ਅਤੇ ਉਹਦੀ ਮਾਤਾ ਸੀ ਜੋ ਜਬੁਲਸਤਾਨ ਦੇ ਅਮੀਰ ਦੀ ਪੁੱਤਰੀ ਸੀਗੀ। ਇਸੇ ਕਰਕੇ ਮਹਿਮੂਦ ਗਜ਼ਨਵੀ ਨੂੰ ਮਹਿਮੂਦ ਜਬੁਲੀ ਵੀ ਕਿਹਾ ਜਾਂਦਾ ਸੀ। ਉਹ ਜਦੋਂ ਵੱਡਾ ਹੋ ਗਿਆ ਸੀ ਤਾਂ ਆਪਣੇ ਪਿਤਾ ਦੇ ਕੰਮਾਂ ਦੇ ਵਿੱਚ ਸਹਾਇਤਾ ਕਰਨ ਲੱਗ ਗਿਆ ਸੀ। ਉਹਨੇ ਪਹਿਲੀ ਵਾਰ ਆਪਣੇ ਪਿਤਾ ਦੇ ਨਾਲ ਇੱਕ ਹਿੰਦੂਸ਼ਾਹੀ ਰਾਜਾ ਸੀਗਾ ਜੈਪਾਲ, ਉਹਦੇ ਵਿਰੁੱਧ ਲਮਕਾਨ ਦੀ ਲੜਾਈ ਦੇ ਵਿੱਚ ਹਿੱਸਾ ਲਿਆ ਸੀਗਾ। ਇਸ ਲੜਾਈ ਦੇ ਵਿੱਚ ਮਹਿਮੂਦ ਸੀ ਜਿਹੜਾ ਕਿ ਉਹਦੀ ਉਮਰ ਸਿਰਫ 10 ਕੁ ਸਾਲ ਦੀ ਸੀ। ਉਹਨੇ ਆਪਦੀ ਵੀਰਤਾ ਦੇ ਜੌਹਰ ਦਿਖਾਏ ਸੀਗੇ ਉਦੋਂ, ਅਤੇ ਕੁਝ ਸਮੇਂ ਦੇ ਪਿੱਛੋਂ ਹੀ ਕੀ ਹੋਇਆ ਸੀ, ਉਹਨੂੰ ਖੁਰਾਸਾਨ ਦਾ ਸੂਬੇਦਾਰ ਨਿਯੁਕਤ ਕਰਤਾ ਸੀ। ਪਰ ਬਾਅਦ ਦੇ ਵਿੱਚ ਕੀ ਹੋਇਆ, ਜਦੋਂ ਉਹਦੇ ਪਿਤਾ ਦੀ ਮੌਤ ਹੋ ਗਈ ਸੀ, ਪਿਤਾ ਦੀ ਮੌਤ ਤੋਂ ਕੁਝ ਕੁ ਸਮਾਂ ਪਹਿਲਾਂ ਜਿਹੜਾ ਉਹਦਾ ਪਿਤਾ ਸੀ ਉਹ ਮਹਿਮੂਦ ਨਾਲ ਨਾਰਾਜ਼ ਹੋ ਗਿਆ ਸੀ ਅਤੇ ਉਹਨੇ ਆਪਣੇ ਛੋਟੇ ਪੁੱਤਰ ਇਸਮਾਇਲ ਨੂੰ ਉੱਤਰਾਧਿਕਾਰੀ ਬਣਾ ਤਾ ਸੀ ਆਪਣਾ। ਮਹਿਮੂਦ ਗਜ਼ਨਵੀ ਸੀ ਜਿਹੜਾ, ਇਸ ਚੀਜ਼ ਨੂੰ ਉਹ ਆਪਣਾ ਅਪਮਾਨ ਸਮਝ ਗਿਆ ਸੀ, ਆਪਣੀ ਬੇਇੱਜ਼ਤੀ ਨਾ ਸਹਾਰ ਸਕਿਆ। ਇਸ ਕਰਕੇ ਉਹਨੇ ਕੀ ਕੀਤਾ, ਇਸਮਾਇਲ ਜਿਹੜਾ ਉਹਦਾ ਭਰਾ ਸੀ ਉਹਦੇ ਵਿਰੁੱਧ ਲੜਾਈ ਸ਼ੁਰੂ ਕਰਤੀ ਅਤੇ ਉਹਨੂੰ ਹਰਾ ਕੇ ਉਹਨੂੰ ਕੈਦ ਦੇ ਵਿੱਚ ਸੁੱਟ ਦਿੱਤਾ ਸੀ ਅਤੇ ਆਪ ਉਹ 27 ਸਾਲ ਦੀ ਉਮਰ ਦੇ ਵਿੱਚ ਗਜ਼ਨੀ ਦਾ ਹਾਕਮ ਬਣ ਗਿਆ ਸੀ। ਉਸ ਤੋਂ ਬਾਅਦ ਉਹਨੇ ਖਲੀਫੇ ਨੂੰ ਕਿਹਾ ਸੀ ਕਿ ਉਹਨੂੰ ਗਜ਼ਨੀ, ਅਫਗਾਨਿਸਤਾਨ ਅਤੇ ਖੁਰਾਸਾਨ ਦਾ ਹਾਕਮ ਮੰਨ ਲਿਆ ਜਾਵੇ, ਅਤੇ ਨਾਲ ਹੀ ਉਹਨੇ ਕੀ ਕੀਤਾ ਸੀ, ਅਮੀਰ ਉਲ ਮਲਤ ਅਤੇ ਜ਼ਮੀਨ ਉ ਦੌਲਾ ਦੀ ਖਿਤਾਬ ਵੀ ਹਾਸਲ ਕਰ ਲਏ ਸੀ। ਇਸ ਸਮੇਂ ਤੋਂ ਲੈ ਕੇ ਜਿਹੜਾ ਮਹਿਮੂਦ ਗਜ਼ਨਵੀ ਦਾ ਵੰਸ਼ ਸੀ ਉਹਨੂੰ ਯਾਮਿਨੀ ਵੰਸ਼ ਵੀ ਕਿਹਾ ਜਾਣ ਲੱਗਾ ਸੀ। 2 ਉਹਨੇ ਟਾਈਟਲ ਲਏ ਸੀਗੇ, ਉਹ ਸੀਗੇ ਅਮੀਰ ਉਲ ਮਿਲਤ ਅਤੇ ਜ਼ਮੀਨ ਉ
ਦੌਲਾ। ਅਤੇ ਉਦੋਂ ਬਾਅਦ ਮਹਿਮੂਦ ਗਜ਼ਨਵੀ ਦੇ ਵੰਸ਼ ਨੂੰ ਕਿਹਾ ਜਾਂਦਾ ਸੀ ਯਾਮਿਨੀ ਵੰਸ਼। ਮਹਿਮੂਦ ਗਜ਼ਨਵੀ ਨੇ ਜਦੋਂ ਭਾਰਤ ਦੇ ਉੱਪਰ ਹਮਲੇ ਸ਼ੁਰੂ ਕੀਤੇ ਸੀ 1000 ਈਸਵੀ ਦੇ ਲਗਭਗ, ਤਾਂ ਉਦੋਂ ਜਿਹੜਾ ਭਾਰਤ ਸੀ ਉਹਦੀ ਰਾਜਨੀਤਿਕ ਅਵਸਥਾ ਕਿਹੋ ਜਿਹੀ ਸੀਗੀ। 11ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਦੋਂ ਮਹਿਮੂਦ ਗਜ਼ਨਵੀ ਨੇ ਭਾਰਤ 'ਤੇ ਹਮਲੇ ਕਰਨੇ ਸ਼ੁਰੂ ਕੀਤੇ ਸੀ, ਤਾਂ ਭਾਰਤ ਸੀ ਜਿਹੜਾ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ। ਜਿਹੜੇ ਉੱਥੋਂ ਦੇ ਹਾਕਮ ਸੀ ਉਹ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਸੀਗੇ, ਅਤੇ ਰਾਜਨੀਤਿਕ ਅਵਸਥਾ ਸੀ ਜਿਹੜੀ ਉਹ ਬਹੁਤ ਜ਼ਿਆਦਾ ਚੰਗੀ ਨਹੀਂ ਸੀ। ਸਿੰਧ ਅਤੇ ਮੁਲਤਾਨ ਸੀ ਜਿਹੜਾ, ਉੱਥੇ ਤਾਂ 2 ਵਿਦੇਸ਼ੀ ਰਾਜ ਕਰਦੇ ਸੀ। ਉੱਤਰੀ ਭਾਰਤ ਦੇ ਵਿੱਚ ਹਿੰਦੂ ਸ਼ਾਹੀ ਰਾਜੇ ਰਾਜ ਕਰਦੇ ਸੀ, ਅਤੇ ਦੱਖਣੀ ਭਾਰਤ ਦੇ ਵਿੱਚ ਕਲਿਆਣੀ ਦੇ ਚਾਲੁਕਿਆ ਰਾਜ ਕਰਦੇ ਸੀ, ਤੰਜੌਰ ਦੇ ਚੋਲ ਰਾਜ ਕਰਦੇ ਸੀ। ਇਹੀ 2 ਸੀ ਜਿਹੜੇ ਮੁੱਖ ਰਾਜ ਸੀਗੇ। ਅਤੇ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਉੱਤਰੀ ਭਾਰਤ ਦੇ ਵਿੱਚ ਕਿਹੜੇ ਕਿਹੜੇ ਰਾਜੇ ਰਾਜ ਕਰਦੇ ਸੀ। ਸਭ ਤੋਂ ਪਹਿਲੇ ਹੈ ਹਿੰਦੂ ਸ਼ਾਹੀ ਰਾਜ। ਉੱਤਰੀ ਭਾਰਤ ਦੇ ਵਿੱਚ 7ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 9ਵੀਂ ਸਦੀ ਦੇ ਅੱਧ ਤੱਕ ਅਫਗਾਨਿਸਤਾਨ ਅਤੇ ਪੱਛਮੀ ਪੰਜਾਬ ਦੇ ਪ੍ਰਦੇਸ਼ਾਂ ਦੇ ਵਿੱਚ ਜਿਹੜਾ ਤੁਰਕ ਸ਼ਾਹੀ ਰਾਜ ਸੀਗਾ ਮਹਿਮੂਦ ਗਜ਼ਨਵੀ ਦਾ, ਉਹ ਸਥਾਪਿਤ ਸੀ। ਇਹ ਸੀ ਜਿਹੜਾ ਹਿੰਦੂ ਕੁਸ਼ ਪਰਬਤ ਤੋਂ ਲੈ ਕੇ ਚਨਾਬ ਨਦੀ ਦੇ ਤੱਕ ਫੈਲਿਆ ਹੋਇਆ ਸੀ। ਹਿੰਦੂ ਕੁਸ਼ ਪਰਬਤ ਤੋਂ ਲੈ ਕੇ ਚਨਾਬ ਨਦੀ ਤੱਕ ਫੈਲਿਆ ਹੋਇਆ ਸੀ। ਇਹਦੀ ਰਾਜਧਾਨੀ ਸੀ ਜਿਹੜੀ ਉਹ ਸੀ ਕਾਬਲ। 9ਵੀਂ ਸਦੀ ਦੇ ਅੱਧ ਦੇ ਵਿਚਕਾਰ ਇੱਕ ਕਲਾਰ ਨਾਮ ਦਾ ਬ੍ਰਾਹਮਣ ਸੀਗਾ, ਪ੍ਰਧਾਨ ਮੰਤਰੀ ਸੀ। ਉਹਨੇ ਕੀ ਕੀਤਾ ਸੀ, ਤੁਰਕ ਰਾਜ ਨੂੰ ਸਮਾਪਤ ਕਰਕੇ ਇੱਕ ਨਵੇਂ ਰਾਜਵੰਸ਼ ਦੀ ਨੀਂਹ ਰੱਖੀ ਸੀ, ਜਿਹਨੂੰ ਹਿੰਦੂ ਸ਼ਾਹੀ ਰਾਜਵੰਸ਼ ਕਿਹਾ ਜਾਂਦਾ ਸੀ। ਇਹਨੂੰ ਹੋਰ ਵੀ ਕੀ ਕਿਹਾ ਜਾਂਦਾ ਸੀ, ਬ੍ਰਾਹਮਣ ਸ਼ਾਹੀ ਰਾਜਵੰਸ਼। ਇਹਦਾ ਜਿਹੜਾ ਦੂਜਾ ਪ੍ਰਸਿੱਧ ਹਾਕਮ ਸੀ ਉਹ ਸੀਗਾ ਲੱਲੀਆ। ਹਿੰਦੂ ਸ਼ਾਹੀ ਵੰਸ਼ ਦੇ ਰਾਜਿਆਂ ਨੇ ਕਾਫੀ ਲੰਮੇ ਸਮੇਂ ਤੱਕ ਅਰਬਾਂ ਦੇ ਹਮਲਿਆਂ ਦਾ ਜਿਹੜਾ ਵਿਰੋਧ ਕੀਤਾ ਸੀ, ਅਤੇ ਕੁਝ ਸਮਾਂ ਬੀਤਣ ਤੋਂ ਬਾਅਦ ਕੀ ਹੋਇਆ ਸੀ, ਅਫਗਾਨਿਸਤਾਨ ਦਾ ਜਿਹੜਾ ਕੁਝ ਭਾਗ ਸੀ ਜਿਹਦੇ ਵਿੱਚ ਕਾਬਲ ਵੀ ਸ਼ਾਮਲ ਸੀ, ਇਹ ਤੋਂ ਅੱਡ ਹੋ ਗਿਆ ਸੀ, ਅਤੇ ਕਾਬਲ ਦੇ ਸਥਾਨ 'ਤੇ ਹਿੰਦੂ ਸ਼ਾਹੀ ਰਾਜ ਦੀ ਰਾਜਧਾਨੀ ਹੈ ਜਿਹੜੀ ਲਮਕਾਨ, ਅਤੇ ਬਾਅਦ ਦੇ ਵਿੱਚ ਇਹਦੀ ਰਾਜਧਾਨੀ ਸੀ ਜਿਹੜੀ ਉਹ ਵਾਈ ਹਿੰਦ ਬਣ ਗਈ ਸੀ, ਅਤੇ ਫਿਰ ਉਸ ਤੋਂ ਬਾਅਦ ਲਾਹੌਰ ਰਾਜਧਾਨੀ ਬਣ ਗਈ ਸੀ। 10ਵੀਂ ਸਦੀ ਦੇ ਅੰਤ ਦੇ ਵਿੱਚ ਇਸ ਰਾਜ ਦਾ ਜਿਹੜਾ ਰਾਜਾ ਸੀਗਾ ਉਹ ਸੀ ਜੈਪਾਲ, ਜਿਸ ਨੂੰ ਮਹਿਮੂਦ ਗਜ਼ਨਵੀ ਦੇ ਪਿਤਾ ਸਬੁਕਤਦੀਨ ਨੇ ਲਮਕਾਨ ਦੀ ਲੜਾਈ ਦੇ ਵਿੱਚ ਹਰਾਇਆ ਸੀ, ਅਤੇ ਮਹਿਮੂਦ ਗਜ਼ਨਵੀ ਨੇ ਵੀ ਜੈਪਾਲ ਨੂੰ 1001 ਈਸਵੀ ਦੇ ਵਿੱਚ ਭਾਂਜ ਦਿੱਤੀ ਸੀ। ਉਸ ਤੋਂ ਨੈਕਸਟ ਹੈ ਮੁਲਤਾਨ। 8ਵੀਂ ਸਦੀ ਦੇ ਪਹਿਲੇ ਭਾਗ ਦੇ ਵਿੱਚ ਸਿੰਧ ਅਤੇ ਮੁਲਤਾਨ ਸੀ ਜਿਹੜੇ, ਉਹਦੇ ਉੱਪਰ ਅਰਬਾਂ ਦਾ ਰਾਜ ਸਥਾਪਿਤ ਸੀ। 2 ਵਿਦੇਸ਼ੀ ਰਾਜੇ ਸੀ। 10ਵੀਂ ਸਦੀ ਤੱਕ ਇਹ ਰਾਜ ਸੀ ਜਿਹੜੇ ਇਹ ਖਲੀਫਾ ਦੇ ਕੰਟਰੋਲ ਤੋਂ ਆਜ਼ਾਦ ਹੋ ਚੁੱਕੇ ਸੀ, ਅਤੇ ਇੱਥੇ ਜਿਹੜੇ ਅਰਬ ਸਰਦਾਰ ਸੀਗੇ ਮਸੂਰਾ ਅਤੇ ਮੁਲਤਾਨ ਦੋਵਾਂ ਦੇ ਵਿੱਚ ਸੁਤੰਤਰ ਰਾਜ ਸਥਾਪਿਤ ਕਰ ਲਏ ਸੀ ਉਹਨਾਂ ਨੇ। ਸਿੰਧ ਦੀ ਰਾਜਧਾਨੀ ਸੀ ਜਿਹੜੀ ਉਹ ਸੀਗੀ ਮਨਸੂਰਾ। ਸਿੰਧ ਦੀ ਰਾਜਧਾਨੀ ਮਨਸੂਰਾ ਸੀ, ਜਿਸ ਕਾਰਨ ਇੱਥੋਂ ਦੇ ਸ਼ਾਸਕ ਸੀ ਜਿਹੜੇ ਉਹਨਾਂ ਨੂੰ ਮਨਸੂਰਾ ਦੇ ਅਰਬ ਕਿਹਾ ਜਾਂਦਾ ਸੀ। ਮੁਲਤਾਨ ਦੇ ਉੱਤੇ ਸੀ ਜਿਹੜੇ ਕਰਮਥੀ ਕਬੀਲੇ ਦੇ ਸ਼ੀਆ ਮੁਸਲਮਾਨਾਂ ਦਾ ਅਧਿਕਾਰ ਸੀ, ਜਿਹੜੇ ਸੁੰਨੀ ਮੁਸਲਮਾਨਾਂ ਨੂੰ ਕਾਫਰ ਦੀ ਨਜ਼ਰ ਨਾਲ ਦੇਖਦੇ ਸੀ। ਮਹਿਮੂਦ ਗਜ਼ਨਵੀ ਦੇ ਜਦੋਂ ਭਾਰਤੀ ਹਮਲੇ ਦੇ ਸਮੇਂ ਅਬੁਲ ਫਤਿਹ ਦਾਊਦ ਮੁਲਤਾਨ ਦਾ ਹਾਕਮ ਸੀ। ਜਦੋਂ ਮਹਿਮੂਦ ਗਜ਼ਨਵੀ ਨੇ ਹਮਲਾ ਕੀਤਾ ਸੀ ਮੁਲਤਾਨ 'ਤੇ, ਤਾਂ ਉਦੋਂ ਅਬੁਲ ਫਤਿਹ ਦਾਊਦ ਸੀ ਜਿਹੜਾ ਉਹ ਸੀ ਮੁਲਤਾਨ ਦਾ ਹਾਕਮ। ਉਸ ਤੋਂ ਨੈਕਸਟ ਹੈ ਕਸ਼ਮੀਰ। ਹਿੰਦੂ ਸ਼ਾਹੀ ਰਾਜ ਦੇ ਉੱਤਰ ਅਤੇ ਪੂਰਬ ਵੱਲ ਕੀ ਸੀਗਾ, ਕਸ਼ਮੀਰ ਦਾ ਪ੍ਰਸਿੱਧ ਰਾਜ ਸੀ। 7ਵੀਂ ਸਦੀ ਤੋਂ ਲੈ ਕੇ 9ਵੀਂ ਸਦੀ ਦੇ ਅੱਧ ਤੱਕ ਇੱਥੇ ਕੀ ਸੀ, ਕਰਕੋਟ ਵੰਸ਼ ਦਾ ਰਾਜ ਸੀ। 855 ਦੇ ਵਿੱਚ ਅਵੰਤੀ ਵਰਮਨ ਉਹਨੇ ਕੀ ਕੀਤਾ ਸੀ, ਉਤਪਲ ਰਾਜਵੰਸ਼ ਦੀ ਨੀਂਹ ਰੱਖੀ ਸੀ। ਇੱਥੇ ਉਤਪਲ ਰਾਜਵੰਸ਼ ਦੀ ਨੀਂਹ ਕਸ਼ਮੀਰ ਦੇ ਵਿੱਚ ਉਤਪਲ ਰਾਜਵੰਸ਼ ਦੀ ਨੀਂਹ ਰੱਖੀ ਸੀ ਉਹਨੇ, ਅਤੇ 883 ਦੇ ਵਿੱਚ ਤੱਕ ਉਹਨੇ ਰਾਜ ਕੀਤਾ ਸੀ। ਅਤੇ ਉਹ ਤੋਂ ਪਿੱਛੋਂ ਸ਼ੰਕਰ ਵਰਮਨ, ਗੋਪਾਲ ਵਰਮਨ, ਕਸ਼ੇਮ ਗੁਪਤ ਸੀ ਜਿਹੜੇ ਉਹ ਉਤਪਲ ਵੰਸ਼ ਦੇ ਪ੍ਰਸਿੱਧ ਰਾਜੇ ਹੋਏ ਸੀ। ਜਿਹੜਾ ਕਸ਼ੇਮ ਗੁਪਤ ਸੀ ਉਹਨੇ ਹਿੰਦੂ ਸ਼ਾਹੀ ਰਾਜਵੰਸ਼ ਦੀ ਰਾਜਕੁਮਾਰੀ ਸੀ ਇੱਕ ਦੀਦਾ, ਉਹਦੇ ਨਾਲ ਵਿਆਹ ਕਰਵਾ ਲਿਆ ਸੀ। ਉਹ ਜਿਹੜੀ ਔਰਤ ਸੀ ਦੀਦਾ, ਉਹ ਬੜੀ ਯੋਗ ਅਤੇ ਚਲਾਕ ਔਰਤ ਸੀਗੀ, ਜਿਹਨੇ ਕਸ਼ਮੀਰ ਦੀ ਰਾਜਨੀਤੀ ਦੇ ਵਿੱਚ ਕਾਫੀ ਮਹੱਤਵਪੂਰਨ ਭਾਗ ਲਿਆ ਸੀ। ਕਸ਼ੇਮ ਗੁਪਤ ਦੀ ਮੌਤ ਤੋਂ ਪਿੱਛੋਂ ਉਹਨੇ ਕੀ ਕੀਤਾ ਸੀ, ਵਿਦਰੋਹੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਅਤੇ ਰਾਜ ਦੇ ਵਿੱਚ ਸ਼ਾਂਤੀ ਵਿਵਸਥਾ ਸਥਾਪਿਤ ਕਰ ਲਈ ਸੀ।
980 ਤੋਂ ਲੈ ਕੇ 1003 ਤੱਕ ਉਹ ਕਸ਼ਮੀਰ ਦੀ ਸੁਤੰਤਰ ਹਾਕਮ ਰਹੀ ਸੀ। ਦੀਦਾ ਕਸ਼ਮੀਰ ਦੇ ਵਿੱਚ। ਦੀਦਾ ਦੀ ਮੌਤ ਤੋਂ ਪਿੱਛੋਂ ਉਹਦਾ ਭਤੀਜਾ ਸੀਗਾ ਸੰਗਰਾਮ ਰਾਜ, ਉਹ ਕਸ਼ਮੀਰ ਦਾ ਹਾਕਮ ਬਣਿਆ ਸੀ ਅਤੇ ਉਹਨੇ ਲਾਹੌਰ ਰਾਜਵੰਸ਼ ਦੀ ਨੀਂਹ ਰੱਖੀ ਸੀ। ਉਸ ਤੋਂ ਨੈਕਸਟ ਹੈ ਕਨੌਜ। ਜਦੋਂ ਮਹਿਮੂਦ ਗਜ਼ਨਵੀ ਨੇ ਭਾਰਤ 'ਤੇ ਹਮਲੇ ਕੀਤੇ ਸੀ ਤਾਂ ਉਦੋਂ ਉੱਤਰ ਭਾਰਤ ਦੇ ਵਿੱਚ ਕਿਹੜੇ ਕਿਹੜੇ ਰਾਜ ਸੀ ਜੋ ਅਸੀਂ ਕਰ ਚੁੱਕੇ ਹਾਂ। ਹਿੰਦੂ ਸ਼ਾਹੀ ਰਾਜ ਸੀ, ਸਿੰਧ, ਮੁਲਤਾਨ, ਕਸ਼ਮੀਰ, ਅਤੇ ਉਸ ਤੋਂ ਅਗਲਾ ਹੈ ਕਨੌਜ। ਕਨੌਜ ਦੇ ਵਿੱਚ ਉਦੋਂ ਪ੍ਰਤੀਹਾਰ ਵੰਸ਼ ਦੇ ਰਾਜਿਆਂ ਦਾ ਰਾਜ ਸੀ। ਇਸ ਵੰਸ਼ ਦੀ ਨੀਂਹ ਸੀ ਜਿਹੜੀ ਉਹ 8ਵੀਂ ਸਦੀ ਦੇ ਵਿੱਚ ਨਾਗਭੱਟ ਪਹਿਲੇ ਨੇ ਰੱਖੀ ਸੀ। ਇਸ ਵੰਸ਼ ਦਾ ਜਿਹੜਾ ਸਭ ਤੋਂ ਮਹਾਨ ਰਾਜਾ ਸੀ ਉਹ ਸੀ ਮਿਹਰ ਭੋਜ। ਉਹਨੇ ਕੀ ਕੀਤਾ ਸੀ, ਉਹਦੇ ਰਾਜ ਦੇ ਵਿੱਚ ਆਗਰਾ, ਅਵਧ, ਕਨੌਜ, ਗਵਾਲੀਅਰ, ਮਾਲਵਾ, ਰਾਜਪੂਤਾਨਾ ਅਤੇ ਪੂਰਬੀ ਪੰਜਾਬ ਦੇ ਸੀ ਜਿਹੜੇ ਬਹੁਤ ਸਾਰੇ ਏਰੀਏ ਸੀ ਉਹ ਸ਼ਾਮਲ ਸੀ। ਜਿਹੜਾ ਮਿਹਰ ਭੋਜ ਸੀ ਉਹ ਵਧੀਆ ਸ਼ਾਸਕ ਸੀ ਅਤੇ ਯੋਗ ਸੰਗਠਨਕਰਤਾ ਵੀ ਸੀ। ਆਪਣੇ ਉਹਨੇ ਵਿਸ਼ਾਲ ਰਾਜ ਦੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਸਥਾਪਿਤ ਕਰਕੇ ਰੱਖੀ ਹੋਈ ਸੀ ਅਤੇ ਸ਼ਕਤੀਸ਼ਾਲੀ ਸੈਨਾ ਦਾ ਵੀ ਕੀਤਾ ਹੋਇਆ ਸੀ ਉਹਨੇ। ਮਿਹਰ ਭੋਜ ਦੀ ਮੌਤ ਤੋਂ ਬਾਅਦ ਉਹਦਾ ਜਿਹੜਾ ਪੁੱਤਰ ਸੀਗਾ ਮਹਿੰਦਰਪਾਲ ਪਹਿਲਾ, ਉਹਦਾ ਉੱਤਰਾਧਿਕਾਰੀ ਬਣਿਆ ਸੀ ਅਤੇ ਉਹਨੇ ਲਗਭਗ 25 ਸਾਲ ਤੱਕ ਰਾਜ ਕੀਤਾ ਸੀ, 885 ਤੋਂ ਲੈ ਕੇ 910 ਈਸਵੀ ਤੱਕ, ਅਤੇ ਪ੍ਰਤੀਹਾਰ ਵੰਸ਼ ਦੇ ਗੌਰਵ ਨੂੰ ਕਾਇਮ ਰੱਖਿਆ ਸੀ। ਮਹਿੰਦਰਪਾਲ ਪਹਿਲੇ ਦੇ ਜਿਹੜੇ ਉੱਤਰਾਧਿਕਾਰੀ ਸੀ ਉਹ ਸੀਗੇ ਭੋਜ ਦੂਜਾ, ਮਹਿੰਦਰਪਾਲ ਦੂਜਾ, ਦੇਵਪਾਲ, ਵਿਨਾਇਕਪਾਲ, ਵਿਜੇਪਾਲ ਅਤੇ ਰਾਜਿਆਪਾਲ। ਇਹ ਸਾਰੇ ਸੀ ਜਿਹੜੇ ਕੋਈ ਜ਼ਿਆਦਾ ਯੋਗ ਸ਼ਾਸਕ ਨਹੀਂ ਸੀ। ਉਹਨਾਂ ਦੀ ਨਿਰਬਲਤਾ ਦੇ ਕਾਰਨ ਹੀ ਜਿਹੜਾ ਪ੍ਰਤੀਹਾਰ ਰਾਜ ਸੀਗਾ ਉਹ ਲਗਭਗ ਖਤਮ ਹੋਣ ਕਿਨਾਰੇ ਪਹੁੰਚ ਗਿਆ ਸੀ, ਜਿਹਦੇ ਕਰਕੇ ਕੀ ਹੋਇਆ ਸੀ, ਸਿਰਫ ਕਨੌਜ ਅਤੇ ਉਹਦੇ ਆਸ-ਪਾਸ ਦੇ ਏਰੀਏ ਹੀ ਇਹਨਾਂ ਕੋਲੇ ਰਹਿ ਗਏ ਸੀ ਪ੍ਰਤੀਹਾਰਾਂ ਕੋਲੇ। ਬਾਕੀ ਕੀ ਹੋਇਆ ਸੀ, ਖੋਹਦੇ ਚਲੇ ਗਏ ਸੀ ਦੂਜੇ ਸ਼ਾਸਕ। ਮਹਿਮੂਦ ਗਜ਼ਨਵੀ ਨੇ ਜਦੋਂ ਹਮਲਾ ਕੀਤਾ ਸੀ ਅਤੇ ਉਹਦੇ ਸਮੇਂ ਸੀ ਜਿਹੜਾ ਕਨੌਜ ਦਾ ਸ਼ਾਸਕ ਸੀ ਉਹ ਸੀ ਰਾਜਿਆਪਾਲ। ਉਹਨੇ ਮਹਿਮੂਦ ਦਾ ਵਿਰੋਧ ਨਹੀਂ ਕੀਤਾ ਸੀ ਅਤੇ ਉਹਦੀ ਹੀਨਤਾ ਸਵੀਕਾਰ ਕਰ ਲਈ ਸੀ। ਉਸ ਤੋਂ ਅੱਗੇ ਬੰਗਾਲ। ਬੰਗਾਲ ਦੇ ਵਿੱਚ ਪਾਲ ਵੰਸ਼ ਦਾ ਰਾਜ ਸੀਗਾ ਉਸ ਸਮੇਂ। ਇਹਦਾ ਜਿਹੜਾ ਮੋਢੀ ਸੀ ਉਹ ਸੀ ਗੋਪਾਲ, 750 ਤੋਂ ਲੈ ਕੇ 770 ਈਸਵੀ ਤੱਕ। ਪਰ ਜਿਹੜਾ ਇਸ ਵੰਸ਼ ਦਾ ਪ੍ਰਸਿੱਧ ਰਾਜਾ ਸੀ ਉਹ ਸੀ ਪਰਮਪਾਲ ਅਤੇ ਦੇਵਪਾਲ। ਪਰਮਪਾਲ ਦਾ ਜਿਹੜਾ ਸ਼ਾਸਨ ਕਾਲ ਸੀ ਉਹ ਸੀ 770 ਤੋਂ 810 ਈਸਵੀ ਤੱਕ, ਅਤੇ ਦੇਵਪਾਲ ਦਾ ਸੀ ਜਿਹੜਾ ਸ਼ਾਸਨ ਉਹ ਸੀ 810 ਤੋਂ ਲੈ ਕੇ 850 ਈਸਵੀ ਤੱਕ। ਉਹਨਾਂ ਦੇ ਰਾਜਕਾਲ ਦੇ ਵਿੱਚ ਪਾਲ ਵੰਸ਼ ਸੀ ਜਿਹੜਾ ਉਹਦਾ ਗੌਰਵ ਸੀ ਕਾਫੀ ਜ਼ਿਆਦਾ ਮਹੱਤਵਪੂਰਨ ਸੀ। ਇਹਨਾਂ ਦੀ ਰਾਜਧਾਨੀ ਸੀ ਪਾਟਲੀਪੁੱਤਰ, ਅਤੇ ਦੇਵਪਾਲ ਦੇ ਜਿਹੜੇ ਉੱਤਰਾਧਿਕਾਰੀ ਸੀ ਸਾਰੇ ਹੀ ਅਯੋਗ ਸਿੱਧ ਹੋਏ ਸੀ, ਜਿਨ੍ਹਾਂ ਦੀ ਕਮਜ਼ੋਰੀ ਦੇ ਕਾਰਨ ਹੀ ਪਾਲ ਵੰਸ਼ ਸੀ ਜਿਹੜਾ ਹੌਲੀ ਹੌਲੀ ਖਤਮ ਹੋ ਗਿਆ ਸੀ। ਅਤੇ 11ਵੀਂ ਸਦੀ ਦੇ ਸ਼ੁਰੂ ਦੇ ਵਿੱਚ ਮਹੀਪਾਲ ਪਹਿਲਾ ਸੀ ਜਿਹੜਾ ਉਹ ਬੰਗਾਲ ਦਾ ਹਾਕਮ ਸੀ, ਅਤੇ ਜਿਹਨੂੰ ਦੱਖਣ ਦਾ ਸ਼ਾਸਕ ਸੀ ਜਿਹੜਾ ਰਜਿੰਦਰ ਚੌਲ ਉਹਨੇ ਹਰਾਤਾ ਸੀ। ਉਸ ਤੋਂ ਅੱਗੇ ਗੁਜਰਾਤ। ਇਹ ਪਹਿਲਾਂ ਕਨੌਜ ਦੇ ਪ੍ਰਤੀਹਾਰ ਰਾਜੇ ਸੀ ਜਿਹੜੇ ਉਹਨਾਂ ਦੇ ਰਾਜ ਦਾ ਹੀ ਹਿੱਸਾ ਸੀ, ਪਰ 10ਵੀਂ ਸਦੀ ਦੇ ਵਿੱਚ ਇੱਥੇ ਸੋਲੰਕੀ ਜਾਂ ਜਿਨ੍ਹਾਂ ਨੂੰ ਆਪਾਂ ਚਾਲੁਕਿਆ ਵੰਸ਼ ਕਹਿੰਦੇ ਹਾਂ ਉਹਨਾਂ ਨੇ ਸੁਤੰਤਰ ਰਾਜ ਦੀ ਨੀਂਹ ਰੱਖ ਲਈ ਸੀ। ਇਸ ਵੰਸ਼ ਦੀ ਨੀਂਹ ਸੀ ਜਿਹੜੀ ਉਹ ਮੂਲ ਰਾਜ ਨੇ ਰੱਖੀ ਸੀ 941 ਦੇ ਵਿੱਚ। ਉਹਨੇ ਗੁਜਰਾਤ ਦੇ ਨੇੜੇ ਤੇੜੇ ਕਈ ਪ੍ਰਦੇਸ਼ਾਂ ਨੂੰ ਜਿੱਤ ਲਿਆ ਸੀ ਅਤੇ ਅਨਹਿਲਵਾੜਾ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਗੁਜਰਾਤ ਦੇ ਵਿੱਚ ਅਨਹਿਲਵਾੜਾ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਮੂਲ ਰਾਜ ਨੇ ਇਹਦੀ ਨੀਂਹ ਰੱਖੀ ਸੀ। ਮੂਲ ਰਾਜ ਦਾ ਜਿਹੜਾ ਉੱਤਰਾਧਿਕਾਰੀ ਸੀ ਉਹ ਸੀ ਚਮੁੰਡ ਰਾਜ। ਉਹ 995 ਤੋਂ 1010 ਈਸਵੀ ਤੱਕ ਰਿਹਾ ਸੀ, ਅਤੇ ਉਸ ਤੋਂ ਬਾਅਦ ਸੀ ਬੱਲਵ ਰਾਜ ਜਿਹੜਾ 1010 ਤੋਂ 1021 ਈਸਵੀ ਤੱਕ ਰਿਹਾ ਸੀ, ਅਤੇ ਉਸ ਤੋਂ ਬਾਅਦ ਭੀਮਦੇਵ ਪਹਿਲਾ 1021 ਤੋਂ ਲੈ ਕੇ 1063 ਈਸਵੀ ਤੱਕ। ਇਹ ਸਾਰੇ ਸੀ ਜਿਹੜੇ ਇਹ ਮਹਿਮੂਦ ਗਜ਼ਨਵੀ ਦੇ ਸਮਕਾਲੀ ਸੀ। 1025 ਦੇ ਵਿੱਚ ਜਦੋਂ ਮਹਿਮੂਦ ਗਜ਼ਨਵੀ ਨੇ ਅਨਹਿਲਵਾੜਾ ਦੇ ਉੱਤੇ ਹਮਲਾ ਕੀਤਾ ਸੀ ਤਾਂ ਭੀਮਦੇਵ ਪਹਿਲਾ ਸੀ ਜਿਹੜਾ ਉਹਨੇ ਕੀ ਕੀਤਾ ਸੀ, ਉਹ ਵਿਰੋਧ ਕਰਨ ਦੀ ਬਜਾਏ ਆਪਣੀ ਰਾਜਧਾਨੀ ਨੂੰ ਛੱਡ ਕੇ ਭੱਜ ਗਿਆ ਸੀ, ਅਤੇ ਮਹਿਮੂਦ ਗਜ਼ਨਵੀ ਨੇ ਅਨਹਿਲਵਾੜਾ ਦੇ ਉੱਤੇ ਕਬਜ਼ਾ ਕਰ ਲਿਆ ਸੀ, ਅਤੇ ਉਦੋਂ ਬਾਅਦ ਫਿਰ ਸੋਮਨਾਥ ਮੰਦਰ ਨੂੰ ਲੁੱਟਿਆ ਸੀ। ਉਸ ਤੋਂ ਨੈਕਸਟ ਹੈ ਬੁੰਦੇਲਖੰਡ। ਇਹਦੇ ਵਿੱਚ ਸੀ ਜਿਹੜੇ ਚੰਦੇਲ ਵੰਸ਼ ਉਹਨਾਂ ਦਾ ਰਾਜ ਸੀ। ਇਹਨਾਂ ਦੀ ਰਾਜਧਾਨੀ ਸੀ ਜਿਹੜੀ ਉਹ ਸੀ ਮਹੋਬਾ, ਅਤੇ ਕਲਿੰਜਰ ਦਾ ਪ੍ਰਸਿੱਧ ਕਿਲ੍ਹਾ ਸੀ ਜਿਹੜਾ ਉਹ ਵੀ ਇਸੇ ਰਾਜ ਦੇ ਵਿੱਚ ਹੀ ਸੀ।
ਜਸ਼ੋਵਰਮਨ ਸੀ ਜਿਹੜਾ ਚੰਦੇਲ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ। ਉਹਨੇ ਕਾਫੀ ਸਾਰੀਆਂ ਜਿੱਤਾਂ ਵੀ ਪ੍ਰਾਪਤ ਕੀਤੀਆਂ ਸੀ ਅਤੇ ਆਪਣੇ ਰਾਜ ਦਾ ਵਿਸਤਾਰ ਵੀ ਕੀਤਾ ਸੀ। ਜਸ਼ੋਵਰਮਨ ਤੋਂ ਬਾਅਦ ਫਿਰ ਧੰਗ ਆਇਆ ਸੀ, ਧੰਗ ਰਾਜਾ। ਉਹ 950 ਤੋਂ ਲੈ ਕੇ 1002 ਈਸਵੀ ਤੱਕ, ਅਤੇ ਉਸ ਤੋਂ ਬਾਅਦ ਸੀ ਗੰਡਦੇਵ 1002 ਤੋਂ ਲੈ ਕੇ 1025 ਈਸਵੀ ਤੱਕ, ਜਿਹੜੇ ਬੁੰਦੇਲਖੰਡ ਦੇ ਰਾਜੇ ਸੀ। ਇਹ ਸਭ ਤੋਂ ਪਹਿਲਾਂ ਜਸ਼ੋਵਰਮਨ, ਫਿਰ ਧੰਗ ਅਤੇ ਫਿਰ ਗੰਡਦੇਵ। ਇਹ ਸਾਰੇ ਵੀ ਮਹਿਮੂਦ ਗਜ਼ਨਵੀ ਦੇ ਸਮਕਾਲੀ ਸੀ। ਜਦੋਂ ਮਹਿਮੂਦ ਗਜ਼ਨਵੀ ਨੇ 1020 ਦੇ ਵਿੱਚ ਕਲਿੰਜਰ 'ਤੇ ਹਮਲਾ ਕੀਤਾ ਸੀ ਤਾਂ ਜਿਹੜਾ ਗੰਡਦੇਵ ਸੀ ਉਹਨੇ ਉਹਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ, ਪਰ ਐਂਡ ਦੇ ਵਿੱਚ ਉਹ ਵੀ ਯੁੱਧ ਭੂਮੀ ਨੂੰ ਛੱਡ ਕੇ ਭੱਜ ਗਿਆ ਸੀ। ਉਸ ਤੋਂ ਨੈਕਸਟ ਹੈ ਚੇਦੀ ਦਾ ਕਲਚੁਰੀ ਰਾਜਵੰਸ਼। ਚੰਦੇਲ ਰਾਜ ਦੇ ਦੱਖਣ ਦੇ ਵਿੱਚ ਕੀ ਸੀ? ਚੇਦੀ ਦਾ ਕਲਚੁਰੀ ਵੰਸ਼ ਦਾ ਰਾਜ ਸਥਾਪਿਤ ਹੋਇਆ ਸੀ। ਇਹਨਾਂ ਦੀ ਰਾਜਧਾਨੀ ਸੀ ਜਿਹੜੀ ਉਹ ਸੀਗੀ ਤ੍ਰਿਪੁਰੀ। ਇਹਦਾ ਜਿਹੜਾ ਮੋਢੀ ਸੀ ਉਹ ਸੀ ਕੋਕਲ ਪਹਿਲਾ, ਜਿਹਨੇ 9ਵੀਂ ਸਦੀ ਦੇ ਦੂਜੇ ਅੱਧ ਦੇ ਵਿੱਚ ਰਾਜ ਕੀਤਾ ਸੀ। ਉਸ ਤੋਂ ਬਾਅਦ ਸੀ ਯੁਵਰਾਜ ਪਹਿਲਾ, ਫਿਰ ਲਕਸ਼ਮਣ ਰਾਜ, ਫਿਰ ਯੁਵਰਾਜ ਦੂਜਾ, ਫਿਰ ਗਾਂਗੇ ਦੇਵ, ਫਿਰ ਲਕਸ਼ਮੀਕਰਨ, ਜਸ਼ਕਰਨ ਅਤੇ ਗਯਾਕਰਨ ਸੀ, ਜਿਹੜੇ ਪ੍ਰਸਿੱਧ ਉਹ ਕਲਚਰੀ ਵੰਸ਼ ਦੇ ਪ੍ਰਸਿੱਧ ਰਾਜੇ ਹੋਏ ਸੀ। 10ਵੀਂ ਸਦੀ ਦੇ ਲਾਸਟ ਦੇ ਵਿੱਚ ਦੱਖਣੀ ਭਾਰਤ ਦੇ ਵਿੱਚ ਰਾਸ਼ਟਰਕੂਟ ਰਾਜੇ ਸੀ ਜਿਹੜੇ ਉਹਨਾਂ ਦੀ ਸ਼ਕਤੀ ਲਗਭਗ ਸਮਾਪਤ ਹੋ ਗਈ ਸੀ, ਅਤੇ ਉੱਥੇ ਕਾਫੀ ਸਾਰੇ ਵੰਸ਼ ਸੀ ਜਿਹੜੇ ਉਹ ਸੱਤਾ ਹਥਿਆਉਣ ਵਾਸਤੇ ਇੱਕ ਦੂਜੇ ਨਾਲ ਲੜਾਈਆਂ ਸ਼ੁਰੂ ਕਰ ਦਿੱਤੀਆਂ ਸੀ ਉਹਨਾਂ ਨੇ। ਅਤੇ ਉਹਨਾਂ ਦੇ ਵਿੱਚੋਂ ਦੋ ਪ੍ਰਮੁੱਖ ਰਾਜ ਸੀ ਜਿਹੜੇ ਉਹਨਾਂ ਦਾ ਉਭਾਰ ਹੋਇਆ ਸੀ। ਇੱਕ ਤਾਂ ਕਲਿਆਣੀ ਦਾ ਚਾਲੁਕਿਆ ਰਾਜ ਅਤੇ ਦੂਸਰਾ ਸੀ ਤੰਜੌਰ ਦਾ ਚੋਲ ਰਾਜ। ਤਾਂ ਫਸਟ ਹੈ ਚਾਲੁਕਿਆ ਰਾਜ ਕਲਿਆਣੀ ਦਾ। 10ਵੀਂ ਸਦੀ ਦੇ ਅਖੀਰ ਦੇ ਵਿੱਚ ਕੀ ਸੀ? ਤੈਲ ਨਾਮ ਦਾ ਵਿਅਕਤੀ ਸੀ ਜਿਹਨੇ ਦੱਖਣ ਭਾਰਤ ਦੇ ਕੁਝ ਕੁ ਇਲਾਕਿਆਂ ਨੂੰ ਜਿੱਤ ਕੇ ਇੱਥੇ ਇੱਕ ਨਵੇਂ ਰਾਜਵੰਸ਼ ਦੀ ਨੀਂਹ ਰੱਖੀ ਸੀ, ਜੋ ਕਲਿਆਣੀ ਦਾ ਚਾਲੁਕਿਆ ਵੰਸ਼ ਅਖਵਾਉਂਦਾ ਸੀ। ਸ਼ੁਰੂ ਦੇ ਵਿੱਚ ਜਿਹੜਾ ਤੈਲ ਸੀ ਉਹ ਰਾਸ਼ਟਰਕੂਟ ਸ਼ਾਸਕਾਂ ਦੇ ਅਧੀਨ ਇੱਕ ਸਮੰਤ ਸੀਗਾ, ਪਰ ਕੁਝ ਸਮੇਂ ਦੇ ਪਿੱਛੋਂ ਉਹਨੇ ਕੀ ਕੀਤਾ? ਰਾਸ਼ਟਰਕੂਟਾਂ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਨਰਮਦਾ ਅਤੇ ਤੁੰਗਭਦਰਾ ਦੇ ਵਿਚਾਲੇ ਸੀ ਜਿਹੜੇ ਸਾਰੇ ਪ੍ਰਦੇਸ਼ਾਂ ਦੇ ਉੱਪਰ ਉਹਨੇ ਕਬਜ਼ਾ ਕਰ ਲਿਆ ਸੀ ਅਤੇ ਆਪਣਾ ਉੱਥੇ ਸੁਤੰਤਰ ਰਾਜ ਸਥਾਪਿਤ ਕਰ ਲਿਆ ਸੀ। ਉਹਨੇ ਮਾਲਵਾ ਦੇ ਵਿੱਚ ਜਿਹੜੇ ਪਰਮਾਰ ਸੀ ਉਹਨਾਂ ਦੇ ਪ੍ਰਦੇਸ਼ਾਂ ਉੱਤੇ ਵੀ 6 ਵਾਰੀ ਹਮਲੇ ਕੀਤੇ ਸੀ, ਅਤੇ ਪਰਮਾਰ ਸ਼ਾਸਕ ਸੀ ਜਿਹੜਾ ਮੁੰਜ, ਉਹਨੇ ਉਸਨੂੰ ਹਰ ਵਾਰੀ ਭਾਂਜ ਦੇ ਕੇ ਵਾਪਸ ਮੁੜਨ ਲਈ ਮਜਬੂਰ ਕਰਤਾ ਸੀ। ਮੁੰਜ ਸੀ ਜਿਹੜਾ ਉਹਨੇ ਤੈਲ ਦੀ ਸ਼ਕਤੀ ਕੁਚਲ ਦੇਣ ਦੇ ਉਦੇਸ਼ ਨਾਲ ਦੱਖਣੀ ਪ੍ਰਦੇਸ਼ਾਂ ਦੇ ਉੱਤੇ ਹੱਲਾ ਬੋਲ ਦਿੱਤਾ ਸੀ, ਅਤੇ ਉਹ ਗੋਦਾਵਰੀ ਨਦੀ ਨੂੰ ਪਾਰ ਕਰ ਗਿਆ ਸੀ। ਤੈਲ ਦੇ ਸੈਨਿਕਾਂ ਨੇ ਉਹਨੂੰ ਕੀ ਕੀਤਾ ਸੀ? ਕੈਦ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਸੀ। ਇਸ ਜਿੱਤ ਦੇ ਫਲਸਰੂਪ ਕੀ ਹੋਇਆ ਸੀ? ਜਿਹੜਾ ਤੈਲ ਸੀ ਉਹ ਪਰਮਾਰ ਰਾਜ ਦੇ ਦੱਖਣੀ ਪ੍ਰਦੇਸ਼ਾਂ ਦੇ ਉੱਤੇ ਅਧਿਕਾਰ ਕਰ ਗਿਆ ਸੀ। ਤੈਲ ਨੇ 973 ਤੋਂ ਲੈ ਕੇ 997 ਈਸਵੀ ਤੱਕ ਰਾਜ ਕੀਤਾ ਸੀ। ਤੈਲ ਤੋਂ ਪਿੱਛੋਂ ਉਹਦਾ ਪੁੱਤਰ ਸੀ ਜਿਹੜਾ ਸਤਿਆਸ਼ਰਿਆ, ਉਹ ਗੱਦੀ 'ਤੇ ਬੈਠਾ ਸੀ। ਉਹਨੇ 997 ਤੋਂ ਲੈ ਕੇ 1008 ਈਸਵੀ ਤੱਕ ਰਾਜ ਕੀਤਾ ਸੀ। ਜਿਹੜੇ ਚੋਲ ਸ਼ਾਸਕ ਸੀਗਾ ਰਾਜਾ ਰਾਜ ਨੇ ਉਹਨੂੰ ਬੁਰੀ ਤਰ੍ਹਾਂ ਹਰਾਤਾ ਸੀ। ਫਿਰ ਵੀ ਜਿਹੜਾ ਸਤਿਆਸ਼ਰਿਆ ਸੀ ਉਹਨੇ ਆਪਣੇ ਰਾਜ ਦੇ ਪ੍ਰਦੇਸ਼ਾਂ ਨੂੰ ਸੁਰੱਖਿਅਤ ਰੱਖ ਲਿਆ ਸੀ। ਉਹਦੇ ਤੋਂ ਪਿੱਛੋਂ ਉਹਦਾ ਭਤੀਜਾ ਸੀਗਾ ਵਿਕਰਮਦਿੱਤਿਆ ਪੰਜਵਾਂ, ਉਹਨੇ ਕੀ ਕੀਤਾ ਸੀ? 8 ਸਾਲਾਂ ਤੱਕ ਰਾਜ ਕੀਤਾ ਸੀ, ਅਤੇ ਉਹਨੂੰ ਪਰਮਾਰ ਹਾਕਮ ਸੀ ਜਿਹੜਾ ਭੋਜ, ਉਹਨੇ ਹਰਾਤਾ ਸੀ। ਅਤੇ ਵਿਕਰਮਾਦਿੱਤਿਆ ਦਾ ਜਿਹੜਾ ਉੱਤਰਾਧਿਕਾਰੀ ਸੀ ਉਹ ਸੀ ਜੈ ਸਿੰਘ ਦੂਜਾ। ਉਹਨੇ ਪਰਮਾਰ ਸ਼ਾਸਕ ਨੂੰ ਭਜਾ ਕੇ ਅਤੇ ਪਿਛਲੀ ਹਾਰ ਦਾ ਬਦਲਾ ਵੀ ਲੈ ਲਿਆ ਸੀ ਉਹ ਤੋਂ, ਅਤੇ ਉਹਨੇ 1016 ਤੋਂ ਲੈ ਕੇ 1042 ਈਸਵੀ ਤੱਕ ਕਲਿਆਣੀ ਦੇ ਚਾਲੁਕਿਆਂ ਨੇ ਰਾਜ ਕੀਤਾ ਸੀ ਇਸ ਜਗ੍ਹਾ ਦੇ ਉੱਪਰ ਦੱਖਣੀ ਭਾਰਤ ਦੇ ਵਿੱਚ। ਉਸ ਤੋਂ ਨੈਕਸਟ ਹੈ ਸਾਊਥ ਦੇ ਵਿੱਚ ਤੰਜੌਰ ਦਾ ਚੋਲ ਰਾਜ। ਚੋਲ ਰਾਜ ਦਾ ਜਿਹੜਾ ਮੋਢੀ ਸੀ ਉਹ ਸੀ ਵਿਜਯਾਲਿਆ ਨੂੰ ਮੰਨਿਆ ਜਾਂਦਾ। ਉਹਨੇ 850 ਤੋਂ ਲੈ ਕੇ 870 ਈਸਵੀ ਤੱਕ ਰਾਜ ਕੀਤਾ ਸੀ, ਪਰ ਇਸ ਰਾਜ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਰਾਜਾ ਸੀ ਉਹ ਸੀ ਰਾਜਾ ਰਾਜ ਅਤੇ ਰਜਿੰਦਰ, ਜਿਹੜੇ ਦੋਵੇਂ ਮਹਿਮੂਦ ਗਜ਼ਨਵੀ ਦੇ ਸਮਕਾਲੀ ਸੀ। ਅਤੇ ਰਾਜਾ ਰਾਜ ਨੇ 985 ਤੋਂ ਲੈ ਕੇ 1014 ਤੱਕ ਰਾਜ ਕੀਤਾ ਸੀ, ਅਤੇ ਉਹਦਾ ਜਿਹੜਾ 30 ਵਰ੍ਹਿਆਂ ਦਾ ਰਾਜਕਾਲ ਸੀ ਚੋਲ ਰਾਜਵੰਸ਼ ਦੇ ਇਤਿਹਾਸ ਦੇ ਵਿੱਚ ਉਸਾਰੂ ਕਾਲ ਮੰਨਿਆ ਜਾਂਦਾ। ਉਹ ਰਾਜਾ ਰਾਜ ਦਾ ਕਾਲ ਸੀ ਜਿਹੜਾ ਉਹਨੇ ਪਾਂਡਿਆ ਸ਼ਾਸਕਾਂ ਨੂੰ ਹਰਾ ਕੇ ਉਹਦੇ ਮੋਦਰਾ ਪ੍ਰਦੇਸ਼ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ ਸੀ, ਅਤੇ ਉਸ ਤੋਂ ਪਿੱਛੋਂ ਉਹਨੇ ਕੇਰਲ ਦੇ ਹਾਕਮ ਨੂੰ ਵੀ ਭਾਂਜ ਦੇ ਕੇ ਉਹਦੇ ਪ੍ਰਦੇਸ਼ਾਂ ਨੂੰ ਵੀ ਆਪਣੇ ਅੰਡਰ ਕਰ ਲਿਆ ਸੀ।
ਉਹਨੇ ਗੰਗਾ ਨੂੰ ਹਰਾ ਕੇ ਤੇ ਉਹਨਾਂ ਦਾ ਜਿਹੜਾ ਗੰਗਾ ਪਾਡੀ ਅਤੇ ਹੋਰ ਇਲਾਕੇ ਸੀਗੇ ਉਹ ਵੀ ਚੋਲ ਰਾਜ ਦੇ ਵਿੱਚ ਮਿਲਾ ਲਏ ਸੀਗੇ। ਅਤੇ ਜਿਹੜੀ ਦੱਖਣ ਵੱਲ ਜਿਹੜੀ ਰਾਜ ਦੀ ਮਹੱਤਵਪੂਰਨ ਜਿੱਤ ਸੀ ਉਹ ਸੀਗੀ ਲੰਕਾ ਦੀ ਜਿੱਤ। ਸਭ ਤੋਂ ਮਹੱਤਵਪੂਰਨ ਜਿੱਤ ਸੀ ਜਿਹੜੀ ਰਾਜ ਦੀ, ਉਹ ਸੀਗੀ ਲੰਕਾ ਦੀ ਜਿੱਤ। ਉਹਨੇ ਚਾਲਕੀਆਂ ਨੂੰ ਵੀ ਹਰਾਤਾ ਸੀ ਅਤੇ ਹੋਰ ਵੀ ਕਾਫੀ ਸਾਰੀਆਂ ਜਿੱਤਾਂ ਪ੍ਰਾਪਤ ਕਰਕੇ ਬੜੇ ਵੱਡੇ ਸਾਮਰਾਜ ਦੀ ਸਥਾਪਨਾ ਕਰ ਲਈ ਸੀ ਉਹਨੇ। ਜਿਹੜਾ ਸਾਮਰਾਜ ਸੀ ਉਹਦਾ ਉੱਤਰ ਦੇ ਵਿੱਚ ਕ੍ਰਿਸ਼ਨਾ ਨਦੀ ਅਤੇ ਉੱਤਰ ਪੱਛਮ ਦੇ ਵਿੱਚ ਤੁੰਗਭਦਰਾ ਤੋਂ ਲੈ ਕੇ ਦੱਖਣ ਦੇ ਵਿੱਚ ਕੰਨਿਆ ਕੁਮਾਰੀ ਤੱਕ ਫੈਲਿਆ ਹੋਇਆ ਸੀ। ਜਦੋਂ ਰਾਜ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਹਦਾ ਪੁੱਤਰ ਰਜਿੰਦਰ ਸੀ ਜਿਹੜਾ ਉਹ ਗੱਦੀ 'ਤੇ ਬੈਠਾ। 1014 ਤੋਂ ਲੈ ਕੇ 1044 ਤੱਕ ਉਹਨੇ ਰਾਜ ਕੀਤਾ ਸੀ। ਉਹ ਵੀ ਵਧੀਆ ਸ਼ਾਸਕ ਸੀਗਾ, ਚੋਲ ਸ਼ਾਸਕ ਸੀ ਜਿਹੜਾ। ਅਤੇ ਉਹਨੇ ਜਿਹੜਾ ਉਹਨੂੰ ਆਪਣੇ ਪਿਤਾ ਤੋਂ ਸਾਮਰਾਜ ਮਿਲਿਆ ਸੀ ਉਹਦਾ ਅੱਗੇ ਵਿਸਥਾਰ ਕੀਤਾ। ਉਹਦਾ ਝੰਡਾ ਸੀ ਜਿਹੜਾ ਗੰਗਾ ਦੇ ਕੰਢੇ ਤੋਂ ਲੈ ਕੇ ਲੰਕਾ ਤੱਕ ਅਤੇ ਖਾੜੀ ਬੰਗਾਲ ਤੋਂ ਪਾਰ ਜਾਵਾ, ਸੁਮਾਤਰਾ ਅਤੇ ਮਲਾਇਆ ਉੱਤੇ ਵੀ ਲਹਿਰਾਤਾ ਸੀ ਉਹਨੇ। ਮਹਿਮੂਦ ਗਜ਼ਨਵੀ ਦੇ ਸਮੇਂ ਅਸੀਂ ਦੇਖਦੇ ਹਾਂ ਕਿ ਉੱਤਰ ਦੇ ਵਿੱਚ ਅਤੇ ਦੱਖਣ ਦੇ ਵਿੱਚ ਬਹੁਤ ਸਾਰੇ ਰਾਜੇ ਰਾਜ ਕਰਦੇ ਸੀ, ਜਿਨ੍ਹਾਂ ਤੋਂ ਇਹ ਚੀਜ਼ ਸਪਸ਼ਟ ਹੁੰਦੀ ਹੈ ਕਿ ਉਸ ਸਮੇਂ ਦੇਸ਼ ਦੇ ਵਿੱਚ ਰਾਜਨੀਤਿਕ ਏਕਤਾ ਦੀ ਘਾਟ ਸੀ। ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਵਿੱਚ ਕਈ ਰਾਜ ਸੀਗੇ ਜਿਹੜੇ ਇੱਕ ਦੂਜੇ ਦੇ ਇਲਾਕਿਆਂ ਨੂੰ ਜਿੱਤਣ ਦੇ ਯਤਨ ਕਰ ਰਹੇ ਸੀ। ਅਤੇ ਅਜਿਹੇ ਹਾਲਾਤ ਦੇ ਵਿੱਚ ਮਹਿਮੂਦ ਗਜ਼ਨਵੀ ਸੀ ਜਿਹੜਾ ਉਹਨੂੰ ਛੋਟੇ ਛੋਟੇ ਹਾਕਮਾਂ ਨੂੰ ਹਰਾਉਣਾ ਉਹਦੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ। ਤਾਂ ਇਹ ਸੀ ਸਾਡਾ ਅੱਜ ਦਾ ਟੌਪਿਕ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ। ਰਿਵੀਜ਼ਨ ਦੇ ਲਈ ਵੀ ਤੁਹਾਡੇ ਲਈ ਬੈਨੀਫੀਸ਼ੀਅਲ ਹੋਵੇਗਾ ਇਹ। ਨੈਕਸਟ ਪਾਰਟ ਦੀ ਜੋ ਵੀਡੀਓ ਹੋਏਗੀ ਉਹਦੇ ਵਿੱਚ ਅਸੀਂ ਕਵਰ ਕਰਾਂਗੇ ਮਹਿਮੂਦ ਗਜ਼ਨਵੀ ਦੇ ਭਾਰਤ ਉੱਤੇ ਹਮਲੇ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ। ਥੈਂਕ ਯੂ ਐਂਡ ਹੈਵ ਅ ਵੰਡਰਫੁਲ ਡੇ।